हेलो एवरीवन, वेलकम बैक टू माई चैनल। BA ਸਮੈਸਟਰ 6 ਇੰਗਲਿਸ਼ ਕੰਪਲਸਰੀ ਦੀ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ। ਆਪਾਂ ਨੂੰ ਇਸ ਸਾਲ ਜਿਹੜਾ ਨਾਵਲ ਇੰਟਰੋਡਿਊਸ ਕੀਤਾ ਗਿਆ ਹੈ ਉਹ ਹੈ ਦ ਗਾਈਡ। ਪੁਰਾਣੇ ਵਾਲੇ ਸਿਲੇਬਸ ਤੇ ਨਾ ਜਾਣਾ, ਇਸ ਸਾਲ ਦਾ ਸਿਲੇਬਸ ਜਿਹੜਾ ਹੈਗਾ ਉਹ ਚੇਂਜ ਹੋ ਚੁੱਕਿਆ। 6 ਟੌਪਿਕ ਆਪਾਂ ਕਰ ਰਹੇ ਹੈਗੇ ਆ। ਸਿਗਨੀਫੀਕੈਂਸ ਆਫ ਦ ਟਾਈਟਲ ਆਫ ਦ ਨਾਵਲ, ਸਿਰਲੇਖ ਦੀ ਕੀ ਮਹੱਤਤਾ ਹੁੰਦੀ ਹੈ। ਸੋ ਇਹ ਅੱਜ ਆਪਾਂ ਜਾਣਾਂਗੇ ਕਿੱਦਾਂ ਕਿੱਦਾਂ ਜਿਹੜਾ ਰਾਜੂ ਦਾ ਕਿਰਦਾਰ ਹੈਗਾ ਡਿਫਰੈਂਟ ਉਸਨੇ ਗਾਈਡ ਦੇ ਰੋਲ ਪਲੇ ਕੀਤੇ, ਐਜ਼ ਅ ਲਵਰ ਵੀ, ਐਜ਼ ਅ ਟੂਰਿਸਟ ਗਾਈਡ ਵੀ, ਐਜ਼ ਅ ਪ੍ਰਿਜ਼ਨਰ ਵੀ, ਐਜ਼ ਅ ਸਪਿਰਚੁਅਲ ਗਾਈਡ ਵੀ। ਸੋ ਦੋਸਤੋ ਰਿਲੇਟ ਕਰਕੇ ਚੱਲਾਂਗੇ। BA ਸਮੈਸਟਰ 6 ਤੋਂ ਇਲਾਵਾ ਮੈਂ ਆਪਣੇ ਚੈਨਲ ਦੇ ਉੱਤੇ ਸਮੈਸਟਰ 2 ਅਤੇ 4 ਦੀ ਵੀ ਕਾਫੀ ਸਾਰੇ ਵੀਡੀਓਜ਼ ਲਾਂਚ ਕੀਤੇ ਹੋਏ ਆ। ਸੋ ਚੈਨਲ ਨੂੰ ਦੱਬ ਕੇ ਸ਼ੇਅਰ ਕਰਿਓ, ਬਿਕੋਜ਼ ਬਹੁਤ ਸਾਰੀ ਮਿਹਨਤ ਲੱਗਦੀ ਹੈ ਅਤੇ ਵਿਊਜ਼ ਬਹੁਤ ਘੱਟ ਆਉਂਦੇ ਨੇ। ਸੋ ਦੋਸਤੋ ਇੱਦਾਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ। ਸੋ ਮੋਟੀਵੇਸ਼ਨ ਦੇਣ ਲਈ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉੱਥੇ ਵੀ ਕਾਫੀ ਸਾਰੇ ਨੋਟਸ, PDFs, ਲਿੰਕਸ, ਅਪਡੇਟਸ ਮੈਂ ਪਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸਿਗਨੀਫੀਕੈਂਸ ਆਫ ਦ ਟਾਈਟਲ ਆਫ ਦ ਨਾਵਲ। ਸੋ ਦ ਗਾਈਡ ਇਜ਼ ਦ ਮੋਸਟ ਪੋਪੂਲਰ ਨਾਵਲ ਬਾਏ R.K. ਨਾਰਾਇਣ। R.K. ਨਾਰਾਇਣ ਦਾ ਲਿਖਿਆ ਹੋਇਆ ਬਹੁਤ ਹੀ ਜ਼ਿਆਦਾ ਪੋਪੂਲਰ ਫੇਮਸ ਜਿਹੜਾ ਨਾਵਲ ਹੈ ਉਹ ਦ ਗਾਈਡ ਹੈ। ਦ ਗਾਈਡ ਵਾਜ਼ ਪਬਲਿਸ਼ਡ ਇਨ 1958। ਇਹ ਨਾਵਲ ਜਿਹੜਾ ਹੈਗਾ 1958 ਵਿੱਚ ਪਬਲਿਸ਼ ਕੀਤਾ ਗਿਆ ਸੀ ਐਂਡ ਵੌਨ ਸਾਹਿਤ ਅਕੈਡਮੀ ਅਵਾਰਡ ਇਨ 1960। 1960 ਦੇ ਵਿੱਚ ਇਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ। ਸੋ ਦ ਟਾਈਟਲ ਆਫ ਦ ਨਾਵਲ ਇਜ਼ ਕੁਆਇਟ ਸੁਟੇਬਲ ਐਜ਼ ਇਟ ਇਜ਼ ਬੇਸਡ ਅਪੋਨ ਦ ਕੰਟੈਂਟ ਔਨ ਦ ਨਾਵਲ, ਕੰਟੈਂਟ ਇਨ ਦਾ ਨਾਵਲ। ਸੋ ਇਹ ਜਿਹੜਾ ਹੈਗਾ ਨਾਵਲ ਦਾ ਟਾਈਟਲ ਬਿਲਕੁਲ ਹੀ ਐਪਰੋਪਰੀਏਟ ਹੈਗਾ, ਬਿਲਕੁਲ ਢੁਕਵਾਂ ਹੈਗਾ, ਸੁਟੇਬਲ ਹੈਗਾ, ਕਿਉਂਕਿ ਜਿਹੜਾ ਹੈ ਇਹ ਕੰਟੈਂਟ ਦੇ ਉੱਤੇ ਹੀ ਬੇਸਡ ਹੈ। ਜੋ ਕੰਟੈਂਟ ਵਿੱਚ ਲਿਖਿਆ, ਕੰਟੈਂਟ ਮਤਲਬ ਜੋ ਇਸ ਦੇ ਵਿੱਚ ਸਟੋਰੀ ਆਈ ਹੈ ਉਸ ਦੇ ਉੱਤੇ ਹੀ ਇਹ ਡਿਪੈਂਡ ਕਰਦਾ ਹੈ ਨਾ। ਜਿੱਦਾਂ ਰਾਜੂ ਆਪਾਂ ਨੇ ਪੜ੍ਹਿਆ ਹੈਗਾ ਪਿੱਛੇ, ਉਸਦੇ ਰੋਲ ਦੇ ਵਿੱਚ ਵੀ, ਕਰੈਕਟਰ ਦੇ ਵਿੱਚ ਵੀ ਪੜ੍ਹਿਆ ਅਤੇ ਥੀਮ ਵਿੱਚ ਵੀ, ਸਮਰੀ ਵਿੱਚ ਵੀ ਪੜ੍ਹਿਆ ਕਿ ਕਿੱਦਾਂ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਟੂਰਿਸਟ ਗਾਈਡ ਬਣ ਕੇ ਲੋਕਾਂ ਨੂੰ ਜਿਹੜਾ ਹੈਗਾ ਗਾਈਡ ਕਰਦਾ, ਉਸ ਤੋਂ ਬਾਅਦ ਲਵਰ ਬਣਦਾ ਹੈਗਾ, ਕਿੱਦਾਂ ਉਹ ਰੋਜ਼ੀ ਨੂੰ ਗਾਈਡ ਕਰਦਾ ਹੈਗਾ, ਠੀਕ ਹੈ, ਉਸਦੀ ਜਿਹੜਾ ਕੰਮ ਕਾਜ ਮੈਨੇਜ ਕਰਦਾ ਹੈਗਾ। ਉਸ ਤੋਂ ਬਾਅਦ ਜਦੋਂ ਉਸਨੂੰ ਜੇਲ੍ਹ ਹੋ ਜਾਂਦੀ ਹੈ, ਪ੍ਰਿਜ਼ਨਰ ਬਣ ਕੇ ਉਹ ਪ੍ਰਿਜ਼ਨਰਸ ਨੂੰ, ਜਿਹੜੇ ਕੈਦੀ ਹੁੰਦੇ ਨੇ, ਉਹਨਾਂ ਨੂੰ ਗਾਈਡ ਕਰਦਾ। ਫਿਰ ਉਹ ਸਪਿਰਚੁਅਲ ਗਾਈਡ ਬਣ ਜਾਂਦਾ, ਬਾਈ ਚਾਂਸ ਬਣਦਾ ਹੈਗਾ, ਫੋਰ ਇੰਸਟਾਂਸ, ਅਤੇ ਐਕਸੀਡੈਂਟਲੀ ਉਹ ਬਣ ਜਾਂਦਾ ਸਪਿਰਚੁਅਲ ਗਾਈਡ ਮਹਾਤਮਾ ਸਵਾਮੀ, ਹੈ ਨਾ। ਤੋ ਕਿੱਦਾਂ ਉਹ ਲੋਕਾਂ ਦੀ ਜਿਹੜੀ ਹੈਗੀ ਹੈ ਲਾਈਫ ਨੂੰ ਉਦੋਂ ਵੀ ਗਾਈਡ ਕਰਦਾ। ਸੋ ਇਹ ਸਟੋਰੀ ਪੂਰੀ ਐਪਰੋਪਰੀਏਟ ਹੈਗਾ ਇਸਦਾ ਸਿਰਲੇਖ। ਸੋ ਇਟ ਇਜ਼ ਰੈਫਰਡ ਔਨ ਦ ਸਬਜੈਕਟ ਮੈਟਰ, ਕਿਉਂਕਿ ਇਹ ਸਬਜੈਕਟ ਮੈਟਰ ਜਿਹੜਾ ਇਹਦਾ ਵਿਸ਼ਾ ਵਸਤੂ ਹੈਗਾ ਉਸ 'ਤੇ ਹੀ ਰੈਫਰ ਕਰਦੀ ਹੈ। ਇਟ ਡੀਲਸ ਵਿਦ ਲਾਈਫ ਐਂਡ ਕਰੀਅਰ ਆਫ ਰਾਜੂ, ਹੂ ਇਜ਼ ਪੋਪੂਲਰਲੀ ਨੋਨ ਐਜ਼ ਰੇਲਵੇ ਰਾਜੂ। ਤਾਂ ਇਹ ਰਾਜੂ ਜਿਹੜਾ ਕਿ ਰੇਲਵੇ ਰਾਜੂ ਦੇ ਨਾਮ ਤੋਂ ਵੀ ਫੇਮਸ ਹੈਗਾ, ਉਸਦੀ ਲਾਈਫ ਦੇ ਨਾਲ ਜਿਹੜਾ ਹੈਗਾ, ਉਸਦੀ ਜ਼ਿੰਦਗੀ ਦੇ ਨਾਲ ਡੀਲ ਕਰਦੀ ਹੈਗੀ, ਉਹਦੇ ਕੈਰੀਅਰ ਦੇ ਨਾਲ ਡੀਲ ਕਰਦੀ ਹੈਗੀ ਹੈ। ਸੋ ਹੀ ਇਜ਼ ਅ ਟੂਰਿਸਟ ਗਾਈਡ, ਉਹ ਇੱਕ ਟੂਰਿਸਟ ਗਾਈਡ ਹੁੰਦਾ ਹੈ। ਦ ਨੋਵਲ shows that he is a guide in the number of the matters too। ਤਾਂ ਉਹ ਕਾਫੀ ਸਾਰੇ ਮੈਟਰਸ ਦੇ ਵਿੱਚ, ਹੋਰ ਵੀ ਮਾਮਲਿਆਂ ਦੇ ਵਿੱਚ ਗਾਈਡ ਬਣ ਕੇ ਰਹਿੰਦਾ। ਟੂਰਿਸਟ ਗਾਈਡ ਤਾਂ ਹੁੰਦਾ ਹੀ ਹੈ, ਲੇਕਿਨ ਕਾਫੀ ਸਾਰੇ ਮਸਲਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਸਟੋਰੀ ਦੇ ਵਿੱਚ ਕਿੱਦਾਂ ਉਹ ਗਾਈਡ ਦਾ ਰੋਲ ਵੀ ਨਿਭਾਉਂਦਾ ਹੈ ਨਾ। ਸੋ ਇਨ ਦਾ ਨਾਵਲ ਰਾਜੂ ਬਿਗਿਨਸ ਹਿਜ਼ ਲਾਈਫ ਜਾਂ ਫਿਰ ਯੂ ਕੈਨ ਸੇ ਕਰੀਅਰ ਐਜ਼ ਆ ਸਟਾਲ ਔਰ ਸ਼ੌਪਕੀਪਰ। ਤਾਂ ਇਸ ਨਾਵਲ 'ਚ ਆਪਾਂ ਦੇਖਦੇ ਹਾਂ ਕਿ ਰਾਜੂ ਜਿਹੜਾ ਹੈ ਆਪਣੇ ਕੈਰੀਅਰ ਦੀ ਸ਼ੁਰੂਆਤ ਜਿਹੜੀ ਹੈਗੀ ਇੱਕ ਸਟਾਲ ਜਾਂ ਫਿਰ ਸ਼ੌਪਕੀਪਰ ਤੋਂ ਕਰਦਾ, ਦੁਕਾਨਦਾਰ, ਕਿਉਂਕਿ ਉਹਦੇ ਪਾਪਾ ਦੁਕਾਨਦਾਰ ਹੁੰਦੇ ਅਤੇ ਉਹ ਉਹਨਾਂ ਦੀ ਦੇਖਭਾਲ ਕਰਦਾ ਹੈਗਾ ਸ਼ੌਪ ਦੀ। ਹੀ ਟੇਕਸ ਕੇਅਰਸ ਔਰ ਯੂ ਕੈਨ ਸੇ ਹੈਂਡਲਸ ਹਿਜ਼ ਫਾਦਰ ਸ਼ੌਪਸ ਔਨ ਦਾ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ 'ਤੇ ਆਪਣੇ ਪਾਪਾ ਦੀ ਸ਼ੌਪ ਦੀ ਉਹ ਦੇਖ ਰੇਖ ਕਰਦਾ। ਹੀ ਇਜ਼ ਇੰਟੈਲੀਜੈਂਟ ਕਲੈਵਰ, ਉਹ ਬਹੁਤ ਚਲਾਕ ਅਤੇ ਬੁੱਧੀਮਾਨ ਹੈ, ਬੁੱਧੀਮਾਨ ਅਤੇ ਚਲਾਕ ਹੈ। ਹੀ ਇਜ਼ ਅ ਗੁੱਡ ਸਪੀਕਰ, ਉਹ ਚੰਗਾ ਵਕਤਾ ਵੀ ਹੈ, ਬਹੁਤ ਅੱਛਾ ਬੋਲਦਾ ਹੈ। ਹੀ ਅਟਰੈਕਟਸ ਪੀਪਲ ਬਾਈ ਹਿਜ਼ ਇੰਟਰਸਟਿੰਗ ਟਾਕਸ, ਉਹ ਲੋਕਾਂ ਨੂੰ ਆਪਣੀਆਂ ਦਿਲਚਸਪ ਗੱਲਾਂ ਦੇ ਨਾਲ ਜਿਹੜਾ ਹੈਗਾ ਆਕਰਸ਼ਿਤ ਕਰਦਾ ਹੈ। ਸੋਨ ਹੀ ਬਿਕਮਸ ਫੇਮਸ ਐਜ਼ ਅ ਟੂਰਿਸਟ ਗਾਈਡ ਐਂਡ ਯੂ ਕੈਨ ਸੇ ਰੇਲਵੇ ਰਾਜੂ। ਜਲਦੀ ਹੀ ਉਹ ਫੇਮਸ ਬਣ ਜਾਂਦਾ ਟੂਰਿਸਟ ਗਾਈਡ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਰੇਲਵੇ ਰਾਜੂ ਦੇ ਨਾਮ ਤੋਂ ਪ੍ਰਸਿੱਧ ਹੋ ਜਾਂਦਾ। ਹੀ ਹੈਜ਼ ਸਟਰੋਂਗ ਕਾਮਨ ਸੈਂਸ, ਉਹਦੀ ਕਾਮਨ ਸੈਂਸ ਜਿਹੜੀ ਹੈਗੀ ਆ ਬਹੁਤ ਅੱਛੀ ਹੁੰਦੀ ਹੈ, ਬਹੁਤ ਹੀ ਸਟਰੋਂਗ ਹੁੰਦੀ ਹੈ, ਕਿਉਂਕਿ ਉਹ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਚਿਹਰਾ ਸਮਝ ਕੇ, ਜਾਂ ਫਿਰ ਉਹਨਾਂ ਦੀ ਬੋਡੀ ਲੈਂਗੁਏਜ ਤੋਂ, ਜਾਂ ਫਿਰ ਉਹਨਾਂ ਤੋਂ ਆਪਾਂ ਬੋਲ ਚਾਲ ਦੇ ਤਰੀਕੇ ਤੋਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਬਾਰੇ ਜਲਦੀ ਹੀ ਪਤਾ ਲਗਾ ਲੈਂਦਾ, ਇੱਕ ਆਈਡੀਆ ਜਿਹਾ ਲੈ ਲੈਂਦਾ, ਫਿਰ ਉਹਨਾਂ ਨੂੰ ਉਸ ਅਕੋਰਡਿੰਗ ਜਿਹੜਾ ਹੈਗਾ ਗਾਈਡ ਕਰਦਾ। ਬਹੁਤ ਹੀ ਚਾਲਾਕ ਅਤੇ ਆਪਾਂ ਦੇਖ ਸਕਦੇ ਹਾਂ ਜਿਹੜਾ ਇੰਟੈਲੀਜੈਂਟ ਉਹ ਬਣ ਕੇ ਆਇਆ ਹੈ। ਹੀ ਹੈਜ਼ ਗ੍ਰੇਟ ਐਂਡ ਡੀਪ ਨੌਲੇਜ ਅਬਾਊਟ ਮਾਲਗੁੜੀ। ਦੇਖੋ ਮਾਲਗੁੜੀ 'ਚ ਰਹਿੰਦਾ ਹੈ, ਤਾਂ ਮਾਲਗੁੜੀ ਦਾ ਜਿਹੜਾ ਹੈਗਾ ਉਸਨੂੰ ਬਹੁਤ ਹੀ ਜ਼ਿਆਦਾ ਨੌਲੇਜ ਹੁੰਦੀ ਹੈਗੀ, ਗਿਆਨ ਹੁੰਦਾ ਹੈਗਾ। ਹੀ ਯੂਜ਼ਜ਼ ਹਿਜ਼ ਨੌਲੇਜ ਐਂਡ
ਟੇਕਸ ਗ੍ਰੇਟ ਐਡਵਾਂਟੇਜ ਫਰੋਮ ਦਿਸ। ਇਸ ਨੌਲੇਜ ਦਾ, ਇਸ ਗਿਆਨ ਦਾ ਉਹ ਬਹੁਤ ਹੀ ਜ਼ਿਆਦਾ ਐਡਵਾਂਟੇਜ ਯਾਨੀ ਕਿ ਲਾਭ ਉਠਾਉਂਦਾ ਹੈਗਾ ਅਤੇ ਲੋਕਾਂ ਨੂੰ ਅਟਰੈਕਟ ਕਰਦਾ, ਕਿਉਂਕਿ ਮਾਲਗੁੜੀ ਲੋਕ ਆਉਂਦੇ ਤਾਂ ਉਹਨਾਂ ਨੂੰ ਡਿਫਰੈਂਟ ਝੂਠੀਆਂ ਸੱਚੀਆਂ ਸਟੋਰੀਆਂ ਜਿਹੜੀਆਂ ਹੈਗੀਆਂ ਸੁਣਾਉਂਦਾ ਅਤੇ ਉਹਨਾਂ ਨੂੰ ਅਟਰੈਕਟ ਕਰਦਾ, ਉਹਨਾਂ ਨੂੰ ਮਿਸ ਜਿਹੜੀ ਹੈਗੀ ਹੈ ਗਾਈਡ ਵੀ ਕਰਦਾ ਹੈਗਾ ਅਤੇ ਉਹਨਾਂ ਨੂੰ ਫਾਲਸ ਇਨਫੋਰਮੇਸ਼ਨ, ਝੂਠੀਆਂ ਜਿਹੜੀਆਂ ਸੂਚਨਾਵਾਂ ਵੀ ਦਿੰਦਾ। ਸੋ ਲੇਕਿਨ ਲੋਕ ਜਿਹੜੇ ਹੈਗੇ ਨੇ ਈਜ਼ੀਲੀ ਉਸ ਤੋਂ ਜਿਹੜਾ ਹੈਗਾ ਖੁਸ਼ ਹੋ ਜਾਂਦੇ ਨੇ, ਉਸ ਦੀ ਗੱਲ 'ਤੇ ਵਿਸ਼ਵਾਸ ਕਰ ਲੈਂਦੇ ਕਿਉਂਕਿ ਉਸਦੀ ਪਰਸਨੈਲਿਟੀ ਇੱਦਾਂ ਦੀ ਹੁੰਦੀ ਹੈ। ਸੋ ਹੀ ਆਲਸੋ ਪਲੀਜ਼ਡ ਪੀਪਲ ਵਿਦ ਰੋਂਗ ਇਨਫੋਰਮੇਸ਼ਨ ਬਟ ਹੀ ਇਜ਼ ਨੈਵਰ ਕੌਟ। ਦੇਖੋ ਉਹ ਲੋਕਾਂ ਨੂੰ ਝੂਠੀ ਤਾਰੀਫਾਂ ਕਰਦਾ ਹੈ ਅਤੇ ਉਹਨਾਂ ਨੂੰ ਖੁਸ਼ ਕਰਦਾ ਹੈਗਾ ਰੋਂਗ ਇਨਫੋਰਮੇਸ਼ਨ ਦੇ ਕੇ, ਗਲਤ ਇਨਫੋਰਮੇਸ਼ਨ ਦੇ ਕੇ, ਲੇਕਿਨ ਕਦੇ ਵੀ ਉਹ ਪਕੜਿਆ ਨਹੀਂ ਜਾਂਦਾ, ਇੰਨਾ ਜ਼ਿਆਦਾ ਕਲੈਵਰ ਹੁੰਦਾ ਹੈ। ਸੋਨ ਹਿਜ਼ ਰੋਲ ਇਜ਼ ਸਲਾਈਟਲੀ ਚੇਂਜ, ਥੋੜ੍ਹਾ ਜਿਹਾ ਉਹਦਾ ਰੋਲ ਚੇਂਜ ਹੋ ਜਾਂਦਾ ਜਦੋਂ ਮਾਰਕੋ ਅਤੇ ਉਸਦੀ ਬਿਊਟੀਫੁਲ ਵਾਈਫ ਜਿਹੜੀ ਹੈਗੀ ਹੈ ਮਾਲਗੁੜੀ ਪੈਰ ਰੱਖਦੇ ਨੇ। ਹੀ ਬਿਕਮਸ ਗਾਈਡ ਫॉर ਅ ਸਿੰਗਲ ਫੈਮਿਲੀ ਐਜ਼ ਮਾਰਕੋ ਐਂਡ ਹਿਜ਼ ਬਿਊਟੀਫੁਲ ਵਾਈਫ ਰੋਜ਼ੀ ਕਮਸ ਟੂ ਮਾਲਗੁੜੀ। ਉਹ ਇੱਕ ਸਿੰਗਲ ਫੈਮਿਲੀ ਦਾ ਹੀ ਗਾਈਡ ਬਣ ਕੇ ਰਹਿ ਜਾਂਦਾ। ਦੇਖੋ ਗਾਈਡ ਹੁੰਦਾ, ਉਸ ਤੋਂ ਬਾਅਦ 'ਚ ਜਦੋਂ ਮਾਰਕੋ ਅਤੇ ਉਸਦੀ ਬਿਊਟੀਫੁਲ ਵਾਈਫ ਜਿਹੜੀ ਰੋਜ਼ੀ ਹੁੰਦੀ ਹੈ, ਉਹ ਜਦੋਂ ਉਸਦੀ ਲਾਈਫ 'ਚ ਆਉਂਦੇ ਨੇ ਤਾਂ ਉਹ ਇੱਕ ਸਿਰਫ ਉਹਨਾਂ ਦੇ ਪਰਿਵਾਰ ਦਾ ਹੀ ਗਾਈਡ ਬਣ ਕੇ ਰਹਿ ਜਾਂਦਾ ਹੈ। ਮਾਰਕੋ ਅਪॉइंट्स ਰਾਜੂ ਐਜ਼ ਅ ਹੋਲ ਟਾਈਮ ਗਾਈਡ, ਕਿਉਂਕਿ ਮਾਰਕੋ ਜਿਹੜਾ ਹੈ ਉਸਨੂੰ ਸਾਰੇ ਟਾਈਮ ਲਈ ਗਾਈਡ ਰੱਖ ਲੈਂਦਾ ਹੈ ਨਾ, ਅਤੇ ਕਈ ਵਾਰ ਆਪਣੀ ਜਿਹੜੀ ਪਤਨੀ ਹੁੰਦੀ ਹੈ ਰੋਜ਼ੀ, ਉਸਨੂੰ ਇਕੱਲੇ ਹੀ ਉਸਦੇ ਨਾਲ ਭੇਜ ਦਿੰਦਾ ਹੈਗਾ। ਸੋ ਵਿਸ਼ਵਾਸ ਕਰਦਾ ਹੁੰਦਾ ਮਾਰਕੋ। ਦਿਸ ਥਿੰਗ ਬ੍ਰਿੰਗਸ ਕਲੋਜ਼ਨੈਸ ਆਫ ਰਾਜੂ ਐਂਡ ਰੋਜ਼ੀ। ਤਾਂ ਇਹ ਚੀਜ਼ ਕਰਕੇ ਜਿਹੜਾ ਹੈ ਰਾਜੂ ਅਤੇ ਰੋਜ਼ੀ ਇੱਕ ਦੂਜੇ ਦੇ ਕਰੀਬ ਆ ਜਾਂਦੇ ਨੇ। ਰਾਜੂ ਵਿਨਸ ਰੋਜ਼ੀਜ਼ ਹਾਰਟ ਐਜ਼ ਸ਼ੀ ਇਜ਼ ਅਨਹੈਪੀ ਵਿਦ ਹਰ ਹਸਬੈਂਡ। ਹੁਣ ਜਿਹੜੀ ਰੋਜ਼ੀ ਹੁੰਦੀ ਆ ਆਪਣੇ ਪਤੀ ਤੋਂ ਨਾ ਖੁਸ਼ ਹੁੰਦੀ ਆ ਮਾਰਕੋ ਤੋਂ, ਸੋ ਇਸ ਕਰਕੇ ਰਾਜੂ ਜਿਹੜਾ ਹੈ ਉਸਦਾ ਜਲਦੀ ਹੀ ਗੱਲਾਂ 'ਚ ਦਿਲ ਜਿੱਤ ਲੈਂਦਾ ਹੈਗਾ। ਰਾਜੂ ਸੈਡਿਊਜ਼ਿਜ਼ ਹਰ ਈਜ਼ੀਲੀ ਇਨ ਨੋ ਟਾਈਮ ਵਿਦ ਹਿਜ਼ ਕੰਪਲੀਮੈਂਟਸ। ਦੇਖੋ ਉਹ ਝੂਠੀਆਂ ਉਹਦੀਆਂ ਤਾਰੀਫਾਂ ਕਰਦਾ, ਹਾਲਾਂਕਿ ਸੋਹਣੀ ਹੁੰਦੀ ਹੈ ਲੇਕਿਨ ਉਹ ਵੱਡੀਆਂ ਗੱਲਾਂ ਕਰਕੇ ਉਸਨੂੰ ਸੁਣਾਉਂਦਾ ਹੈਗਾ, ਵੱਡੇ ਖਾਬ ਉਸਨੂੰ ਦਿਖਾਉਂਦਾ, ਤਾਂ ਈਜ਼ੀਲੀ ਸਡਿਊਸ ਹੁੰਦਾ ਹੈਗਾ, ਫੁਸਲਾ ਲੈਂਦਾ, ਜਲਦੀ ਫੁਸਲਾ ਲੈਂਦਾ ਉਸਨੂੰ ਥੋੜ੍ਹੇ ਹੀ ਸਮੇਂ ਦੇ ਵਿੱਚ। ਰਾਜੂ ਐਕਟਸ ਐਜ਼ ਦਾ ਗਾਈਡ ਆਫ ਰੋਜ਼ੀ ਦ ਕਲਾਸੀਕਲ ਡਾਂਸਰ। ਹੁਣ ਜਿਹੜੀ ਰੋਜ਼ੀ ਹੁੰਦੀ ਹੈ ਕਲਾਸੀਕਲ ਬੌਨ ਡਾਂਸਰ ਹੁੰਦੀ ਹੈ ਅਤੇ ਦੇਵਦਾਸੀ ਦੀ ਧੀ ਹੁੰਦੀ ਹੈ, ਤਾਂ ਕਰਕੇ ਜਿਹੜੀ ਹੁੰਦੀ ਹੈ ਉਹ ਬਹੁਤ ਅੱਛਾ ਡਾਂਸ ਕਰਦੀ ਹੁੰਦੀ ਹੈ। ਅਤੇ ਰਾਜੂ ਜਿਹੜਾ ਹੈਗਾ ਉਹ ਕੀ ਕਰਦਾ, ਉਸਦੀ ਲਾਈਫ ਨੂੰ ਗਾਈਡ ਕਰਦਾ ਹੈਗਾ। ਸੋ ਜਦੋਂ ਮਾਰਕੋ ਉਹਨੂੰ ਛੱਡ ਕੇ ਚਲਾ ਜਾਂਦਾ ਤਾਂ ਉਹ ਰੋਜ਼ੀ ਦੀ ਹੈਲਪ ਕਰਦਾ ਹੈ, ਉਸਦੀ ਲਾਈਫ ਨੂੰ ਗਾਈਡ ਕਰਦਾ ਹੈਗਾ ਤਾਂ ਕਿ ਉਹ ਇੱਕ ਫੇਮਸ ਕਲਾਸੀਕਲ ਡਾਂਸਰ ਬਣ ਸਕੇ। ਸੋ ਰਾਜੂ ਗਾਈਡਸ ਹਰ ਟੂ ਮੀਟ ਹਰ ਪੈਸ਼ਨ ਐਂਡ ਟੂ ਬਿਕਮ ਅ ਸਕਸੈਸਫੁਲ ਐਂਡ ਗ੍ਰੇਟ ਡਾਂਸਰ। ਹੁਣ ਰਾਜੂ ਕੀ ਕਰਦਾ, ਉਸਦੀ ਲਾਈਫ ਨੂੰ ਗਾਈਡ ਕਰਦਾ ਹੈਗਾ ਤਾਂ ਕਿ ਉਹ ਆਪਣਾ ਪੈਸ਼ਨ ਜਿਹੜਾ ਹੈ ਪੂਰਾ, ਆਪਣਾ ਡਰੀਮ ਪੂਰਾ ਕਰ ਸਕੇ ਅਤੇ ਇੱਕ ਸਫਲ ਜਿਹੜੀ ਹੈਗੀ ਅਤੇ ਮਹਾਨ ਡਾਂਸਰ ਬਣ ਸਕੇ। ਹੀ ਮੈਨੇਜਿਸ ਹਰ ਆਲ ਪੇਮੈਂਟ, ਸਾਰੀਆਂ ਦੇ ਸਾਰੇ ਜਿਹੜੇ ਉਹਨਾਂ ਦੇ ਕੋਲ ਪੈਸੇ ਆਉਂਦੇ ਨੇ, ਕੋਈ ਵੀ ਡੀਲ ਹੁੰਦੀ ਹੈ, ਕੋਈ ਵੀ ਕਮਿਟਮੈਂਟ ਹੁੰਦੀ ਹੈ ਤਾਂ ਰਾਜੂ ਉਸਨੂੰ ਮੈਨੇਜ ਕਰਦਾ। ਹੀ ਮੈਨੇਜਿਸ ਹਰ ਕਰੀਅਰ, ਉਹ ਉਸਦਾ ਕਰੀਅਰ ਪੂਰਾ ਮੈਨੇਜ ਕਰਦਾ ਹੈ। ਸੂਨ ਸ਼ੀ ਅਸਾਈਨਸ ਐਗਰੀਮੈਂਟਸ, ਜਲਦੀ ਹੀ ਉਹ ਐਗਰੀਮੈਂਟਸ ਜਿਹੜੇ ਹੁੰਦੇ ਨੇ ਅਸਾਈਨ ਕਰਨੇ ਸਟਾਰਟ ਕਰ ਦਿੰਦੀ ਹੈ, ਬੜੀਆਂ ਡੀਲਸ ਉਹਨਾਂ ਨੂੰ ਮਿਲਦੀਆਂ ਨੇ। ਦੇ ਬਿਕਮ ਰਿਚ ਐਂਡ ਲਿਵ ਲਗਜ਼ੀਰੀਅਸ ਲਾਈਫ, ਜਲਦੀ ਹੀ ਉਹ ਲੈਵਿਸ਼ ਅਤੇ ਲਗਜ਼ੀਰੀਅਸ ਲਾਈਫ ਜਿਹੜੀ ਨੇ ਅਮੀਰਾਂ ਵਾਲੀ ਐਸ਼ੋ ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨ ਲੱਗ ਜਾਂਦੇ ਨੇ ਦੋਨੋਂ। ਸੋ ਰਾਜੂ ਗੈਂਬਲਸ ਐਂਡ ਡਰਿੰਕਸ, ਹੁਣ ਰਾਜੂ ਕੀ ਹੈਗਾ ਉਹਦੇ ਅੰਦਰ ਜਿਹੜੀਆਂ ਹੈਗੀਆਂ ਗੈਂਬਲਿੰਗ, ਜੂਆ ਖੇਡਦਾ, ਉਹ ਡਰਿੰਕ ਕਰਦਾ ਹੈਗਾ, ਠੀਕ ਹੈ, ਆਪਣੇ ਦੋਸਤਾਂ ਨੂੰ ਜਿਹੜਾ ਹੈਗਾ ਘਰੇ ਬੁਲਾਉਂਦਾ, ਪਾਰਟੀਜ਼ ਕਰਦਾ, ਉਸਦਾ ਪੈਸਾ ਜਿਹੜਾ ਹੈ ਰੋਜ਼ੀ ਦਾ ਉਡਾਉਂਦਾ। ਹੀ ਕਾਪੀਜ਼ ਰੋਜ਼ੀਜ਼ ਸਿਗਨੇਚਰਸ ਟੂ ਓਬਟੇਨ ਜੁਐਲਰੀ ਲਿੰਕ ਵਿਦ ਹਰ ਹਸਬੈਂਡ। ਹੁਣ ਰੋਜ਼ੀ ਦੇ ਹਸਬੈਂਡ ਕੋਲ ਜਿਹੜੀ ਜੁਐਲਰੀ ਰੋਜ਼ੀ ਦੀ ਪਈ ਹੁੰਦੀ ਹੈ ਤਾਂ ਉਹ ਜਾਲੀ ਸਿਗਨੇਚਰ ਉਸਦੇ ਜਿਹੜੇ ਹੈਗੇ ਨੇ ਕਰਕੇ ਲੈ ਜਾਂਦਾ। ਤਾਂ ਮਾਰਕੋ ਜਿਹੜਾ ਹੁੰਦਾ ਬਹੁਤ ਚਲਾਕ ਹੁੰਦਾ ਅਤੇ ਮਾਰਕੋ ਇਹ ਚੀਜ਼ ਦੇਖ ਲੈਂਦਾ ਕਿ ਰੋਜ਼ੀ ਦੇ ਸਾਈਨ ਨਹੀਂ ਹੈਗੀ, ਤਾਂ ਉਹ ਕੀ ਕਰ ਦਿੰਦਾ ਹੈ, ਉਸਨੂੰ ਜੇਲ੍ਹ ਭੇਜ ਦਿੰਦਾ, ਉਸਦੀ ਕੰਪਲੇਂਟ ਕਰ ਦਿੰਦਾ ਹੈ ਨਾ ਰਾਜੂ ਦੀ। ਤਾਂ ਰਾਜੂ ਇਜ਼ ਸੈਂਟ ਟੂ ਜੇਲ੍ਹ ਫॉर ਦਿਸ ਐਕਸ਼ਨ ਆਫ ਚੀਟਿੰਗ। ਤਾਂ ਇਸ ਧੋਖਾਧੜੀ ਦੇ ਕੇਸ ਦੇ ਵਿੱਚ ਜਿਹੜਾ ਹੈਗਾ, ਧੋਖਾਧੜੀ ਦੇ ਕੰਮ ਕਰਕੇ ਰਾਜੂ ਨੂੰ ਜਿਹੜਾ ਹੈਗਾ ਜੇਲ੍ਹ ਵੀ ਭੇਜ ਦਿੱਤਾ ਜਾਂਦਾ ਹੈ, ਰਾਜੂ ਜੇਲ੍ਹ ਜਾਂਦਾ। ਵੈਨ ਰਾਜੂ ਰਿਮੇਨਸ ਇਨ ਜੇਲ੍ਹ, ਹੁਣ ਜਦੋਂ ਜੇਲ੍ਹ ਦੇ ਵਿੱਚ ਹੁੰਦਾ ਰਾਜੂ, ਹੀ ਬਿਕਮਸ ਲੀਡਰ ਆਫ ਪ੍ਰਿਜ਼ਨਰਸ, ਤਾਂ ਉਹ ਉਹਨਾਂ ਦਾ ਵੀ ਗਾਈਡ ਜਿਹੜਾ ਹੈ, ਲੀਡਰ ਜਿਹੜਾ ਹੈਗਾ ਕੈਦੀਆਂ ਦਾ ਬਣ ਜਾਂਦਾ ਜੇਲ੍ਹ ਦੇ ਵਿੱਚ। ਹੀ ਬਿਕਮਸ ਫੇਮਸ ਐਜ਼ ਦੇਅਰ ਗਾਈਡ, ਉਹ ਉਹਨਾਂ ਦੇ ਗਾਈਡ ਦੇ ਵਾਂਗੂ ਜਿਹੜਾ ਹੈ ਫੇਮਸ ਹੋ ਜਾਂਦਾ। ਕੋਈ ਵੀ ਅਗਰ ਕੁਝ ਕੰਮ ਪੁੱਛਣਾ ਹੁੰਦਾ ਤਾਂ ਜਿਹੜੇ ਕੈਦੀ ਹੁੰਦੇ ਨੇ ਉਸਦੇ ਕੋਲ ਆਉਂਦੇ ਨੇ, ਉਹ ਫੇਮਸ ਹੋ ਜਾਂਦਾ। ਹੀ ਪਰਫੋਰਮਸ ਐਜ਼ ਅ ਗਾਈਡ ਦੇਅਰ, ਉਹ ਉੱਥੇ ਵੀ ਗਾਈਡ ਵਾਂਗੂ ਪਰਫੋਰਮ ਕਰਦਾ। ਹੀ ਇਜ਼ ਕੰਫਰਟੇਬਲ ਇਨ ਜੇਲ੍ਹ, ਕੰਫਰਟੇਬਲ ਆਰਾਮਦਾਇਕ ਸੋਚਦਾ ਹੈ ਕਿ ਜੇਲ੍ਹ ਜਿਹੜੀ ਹੈਗੀ ਹੈ ਬਹੁਤ ਆਰਾਮਦਾਇਕ ਚੀਜ਼ ਹੈਗੀ ਹੈ। ਹੀ ਸਰਪ੍ਰਾਈਜ਼ਡ, ਉਹ ਹੈਰਾਨ ਵੀ ਹੁੰਦਾ ਹੈ। ਵਾਈ ਪੀਪਲ ਆਰ ਅਫਰੇਡ ਆਫ ਪ੍ਰਿਜ਼ਨ, ਕਿ ਜਿਹੜੇ ਲੋਕ ਨੇ ਉਹ ਕੈਦ ਤੋਂ ਜਾਂ ਫਿਰ ਜੇਲ੍ਹ ਤੋਂ ਕਿਉਂ ਡਰਦੇ ਨੇ।
ਹੀ ਬਿਕਮ ਸੈਡ ਐਟ ਦ ਡੇ ਆਫ ਹਿਜ਼ ਰਿਲੀਜ਼, ਜਦੋਂ ਉਸਨੇ ਜੇਲ੍ਹ ਛੱਡ ਕੇ ਜਾਣਾ ਹੁੰਦਾ, ਜੇਲ੍ਹ ਤੋਂ ਬਾਹਰ ਆਉਣਾ ਹੁੰਦਾ, ਠੀਕ ਹੈ, ਉਸਦਾ ਟਾਈਮ ਪੀਰੀਅਡ ਪੂਰਾ ਹੋ ਜਾਂਦਾ ਤਾਂ ਉਹ ਬਹੁਤ ਦੁਖੀ ਵੀ ਹੁੰਦਾ ਹੈਗਾ, ਕਿਉਂਕਿ ਜੇਲ੍ਹ ਨੂੰ ਉਹ ਆਪਣਾ ਘਰ ਹੀ ਸਮਝਣਾ ਸਟਾਰਟ ਕਰ ਦਿੰਦਾ ਹੈ। ਰਾਜੂ ਆਲਸੋ ਪਰਫੋਰਮਸ ਗ੍ਰੇਟ ਐਜ਼ ਅ ਸਵਾਮੀ ਔਰ ਸਪਿਰਚੁਅਲ ਗਾਈਡ, ਜਦੋਂ ਸਪਿਰਚੁਅਲ ਗਾਈਡ ਯਾਨੀ ਕਿ ਸਵਾਮੀ ਬਣ ਜਾਂਦਾ ਤਦ ਵੀ ਉਹ ਬਹੁਤ ਅੱਛੇ ਤਰੀਕੇ ਨਾਲ ਗਾਈਡ ਦਾ ਰੋਲ ਪਲੇ ਕਰਦਾ ਹੈ। ਵੈਨ ਹੀ ਟੇਕਸ ਸ਼ੈਲਟਰ ਹੁੰਦਾ ਜਦੋਂ ਉਹ ਉੱਥੇ ਸਿਰ ਛੁਪਾਉਣ ਲਈ ਥਾਂ ਲੈਂਦਾ ਇਨ ਅ ਟੈਂਪਲ ਆਫ ਵਿਲੇਜ ਮੰਗਲਾ, ਪੀਪਲ ਥਿੰਕਸ ਹਿਮ ਐਜ਼ ਅ ਮਹਾਤਮਾ ਐਕਸੀਡੈਂਟਲੀ। ਹੁਣ ਜਦੋਂ ਉਹ ਸਿਰ ਛੁਪਾਉਣ ਲਈ ਉੱਥੇ ਜਾਂਦਾ ਤਾਂ ਲੋਕ ਜਿਹੜੇ ਹੈ ਲਾਈਕ ਵੇਲਨ ਹੈ, ਆਪਾਂ ਨੇ ਸਟੋਰੀ ਪੜ੍ਹੀ ਹੈ ਕਿ ਵੇਲਨ ਜਿਹੜਾ ਹੈਗਾ ਉਸ ਨੂੰ ਸਭ ਤੋਂ ਪਹਿਲਾਂ ਦੇਖਦਾ ਹੈ ਅਤੇ ਉਸਨੂੰ ਸਵਾਮੀ ਸੰਨਿਆਸੀ ਜਿਹੜਾ ਹੈ, ਮਹਾਤਮਾ ਜਿਹੜਾ ਹੈਗਾ ਸਮਝਣਾ ਸਟਾਰਟ ਕਰ ਦਿੰਦਾ ਹੈ ਵਿਲੇਜ ਮੰਗਲਾ ਦੇ ਪਿੰਡ, ਜਿਹੜਾ ਟੈਂਪਲ ਹੁੰਦਾ, ਮੰਦਿਰ ਹੁੰਦਾ ਉਹਦੇ ਵਿੱਚ। ਦਿਸ ਰੋਲ ਇਜ਼ ਥਰਸਟ ਅਪੋਨ ਹਿਮ, ਇਹ ਰੋਲ ਉਸ 'ਤੇ ਜਿਹੜਾ ਹੈਗਾ ਥਰਸਟ ਕੀਤਾ ਜਾਂਦਾ, ਧੱਕੇ 'ਤੇ ਉਸਨੂੰ ਇਹ ਚੀਜ਼ ਰੋਲ ਪਲੇ ਕਰਨ ਲਈ ਕਿਹਾ ਜਾਂਦਾ ਹੈ ਨਾ। ਰੋਲ ਪਲੇ ਦਾ ਮਤਲਬ ਇਹ ਹੁੰਦਾ ਕਿ ਵੇਲਨ ਨੇ ਜਦੋਂ ਉਸਨੂੰ ਦੇਖਿਆ ਤਾਂ ਜਦਕਿ ਉਸਨੇ ਕਲੈਰੀਫਿਕੇਸ਼ਨ ਦਿੱਤੀ ਸੀ ਰਾਜੂ ਨੇ ਵੀ ਮੈਂ ਕੋਈ ਸਾਧੂ ਸੰਨਿਆਸੀ ਨਹੀਂ ਹਾਂ, ਮਹਾਤਮਾ ਨਹੀਂ ਹਾਂ, ਲੇਕਿਨ ਫਿਰ ਵੀ ਜਿਹੜੇ ਹੈਗੇ ਲੋਕ ਉਸ 'ਤੇ ਵਿਸ਼ਵਾਸ ਕਰਨਾ ਐਕਸੀਡੈਂਟਲੀ ਜਿਹੜਾ ਹੈਗਾ ਐਸੇ ਸਰਕਮਸਟਾਂਸਿਸ ਹੋ ਜਾਂਦੇ ਨੇ ਕਿ ਉਹ ਜਿਹੜਾ ਹੈਗਾ ਇਹ ਰੋਲ ਪਲੇ ਕਰਨ ਲਈ ਮਜਬੂਰ ਹੋ ਜਾਂਦਾ। ਹੀ ਪਲੇਜ਼ ਦਿਸ ਰੋਲ ਐਫੀਸ਼ੀਐਂਟਲੀ ਐਂਡ ਸਕਸੈਸਫੁਲੀ, ਬਹੁਤ ਹੀ ਐਫੀਸ਼ੀਐਂਟਲੀ ਮਤਲਬ ਕੁਸ਼ਲਤਾਪੂਰਵਕ ਤਰੀਕੇ ਦੇ ਨਾਲ, ਬਹੁਤ ਹੀ ਸਫਲਤਾ ਦੇ ਨਾਲ ਜਿਹੜਾ ਉਹ ਇਹ ਰੋਲ ਵੀ ਪਲੇ ਕਰਦਾ ਹੈ ਸਵਾਮੀ ਦਾ। ਹੀ ਸੋਲਵਸ ਮੈਟਰਸ, ਉਹ ਲੋਕਾਂ ਦੇ ਮਸਲੇ ਜਿਹੜੇ ਹੈ, ਛੋਟੀਆਂ ਛੋਟੀਆਂ ਤਕਲੀਫਾਂ ਜਿਹੜੀਆਂ ਨੇ ਸੌਰਟ ਆਊਟ ਕਰਦਾ ਹੈ, ਉਹਨਾਂ ਨੂੰ ਮਿਸਟੀਰੀਅਸ ਟਾਕਸ ਮਤਲਬ ਕਿ ਗੁੱਝੀਆਂ ਗੱਲਾਂ ਉਹਨਾਂ ਦੇ ਨਾਲ ਕਰਦਾ ਹੈਗਾ, ਤਾਂ ਉਹ ਜਿਹੜੇ ਹੁੰਦੇ ਨੇ ਲੋਕ ਉਸ ਤੋਂ ਬਹੁਤ ਇੰਪ੍ਰੈਸ ਹੋ ਜਾਂਦੇ ਨੇ। ਸੋ ਜਦੋਂ ਉੱਥੇ ਫੇਮਾਈਨ ਹੋ ਜਾਂਦਾ, ਅਕਾਲ ਪੈ ਜਾਂਦਾ, ਭੁੱਖਮਰੀ ਫੈਲ ਜਾਂਦੀ ਹੈ, ਤਾਂ ਜਿਹੜੇ ਲੋਕ ਹੁੰਦੇ ਨੇ ਉਸਨੂੰ ਕੀ ਕਰਦੇ ਨੇ, ਫਾਸਟ ਕਰਨ ਲਈ ਕੰਪੈਲ ਕਰਦੇ ਨੇ। ਹੀ ਇਜ਼ ਕੰਪੈਲਡ ਟੂ ਪਰਫੋਰਮ ਆ ਫਾਸਟ, ਤਾਂ ਕਿ ਉਹ ਲੋਕ ਉਸਨੂੰ ਕੰਪੈਲ ਕਰਦੇ ਨੇ ਕਿ ਜਿਹੜਾ ਹੈ ਇੱਕ ਸਿਚੁਏਸ਼ਨ ਐਸੀ ਆ ਜਾਂਦੀ ਹੈ ਕਿ ਲੋਕ ਉਸਨੂੰ ਕੰਪੈਲ ਕਰਦੇ ਨੇ ਅਤੇ ਸਿਚੁਏਸ਼ਨ ਵੀ ਐਵੇਂ ਦੀ ਬਣ ਜਾਂਦੀ ਹੈ ਕਿ ਉਸਨੇ ਫਾਸਟਿੰਗ ਕਰਨੀ ਪੈਂਦੀ ਹੈ। ਸੋ ਹਿਜ਼ ਫੇਮ ਸਪਰੈਡਸ ਐਂਡ ਪੀਪਲ ਕਮ ਟੂ ਹਿਮ ਵਿਦ ਮੈਨੀ ਆਫਰਿੰਗਸ। ਹੁਣ ਦੇਖੋ ਇਹ ਨਿਊਜ਼ ਜਿਹੜੀ ਹੈਗੀ ਹੈ ਦੂਰ ਦੂਰ ਤੱਕ ਫੈਲ ਜਾਂਦੀ ਹੈ ਅਤੇ ਲੋਕ ਕੈਮਰੇਜ਼ ਲੈ ਕੇ ਆਉਂਦੇ ਨੇ, ਠੀਕ ਹੈ, ਮੀਡੀਆ ਉੱਥੇ ਆ ਜਾਂਦਾ, ਲੋਕ ਦੂਰੋਂ ਦੂਰੋਂ ਆਉਂਦੇ ਨੇ ਉਸਨੂੰ ਦੇਖਣ ਲਈ ਅਤੇ ਬਹੁਤ ਸਾਰੀਆਂ ਆਫਰਿੰਗਸ ਲੈ ਕੇ ਆਉਂਦੇ ਆ, ਉਸ ਦੇ ਲਈ ਚੀਜ਼ਾਂ ਲੈ ਕੇ ਆਉਂਦੇ ਨੇ ਅਤੇ ਫਾਸਟਿੰਗ ਇੰਨੀ ਕਰ ਲੈਂਦਾ ਹੈ। ਹੀ ਬਿਕਮਸ ਵੈਰੀ ਵੀਕ ਇਨ ਫਾਸਟਿੰਗ, ਬਹੁਤ ਹੀ ਫਾਸਟਿੰਗ ਕਰ ਕਰਕੇ ਉਹ ਬਹੁਤ ਵੀਕ ਹੋ ਜਾਂਦਾ, ਕਿਉਂਕਿ ਤਕਰੀਬਨ ਹਫਤੇ ਤੋਂ ਜ਼ਿਆਦਾ ਦੀ ਫਾਸਟਿੰਗ ਹੁੰਦੀ ਹੈਗੀ ਹੈ ਨਾ, 11-12 ਡੇਜ਼ ਦੀ ਫਾਸਟਿੰਗ ਹੁੰਦੀ ਹੈ। ਸੋ ਬਹੁਤ ਕਮਜ਼ੋਰ ਹੋ ਜਾਂਦਾ, ਉਸਨੂੰ ਇੱਦਾਂ ਸੀ ਕਿ ਚੱਲ ਮੈਂ ਪਰਫੋਰਮ ਕਰ ਲੈਂਦਾ ਲੇਕਿਨ ਲੁਕ ਛਿਪ ਕੇ ਮੈਂ ਕੁਝ ਖਾ ਲਿਆ ਕਰਾਂਗਾ, ਲੇਕਿਨ ਜਦੋਂ ਇਹ ਚੀਜ਼ ਫੈਲ ਜਾਂਦੀ ਹੈ ਤਾਂ ਲੋਕ ਜਿਹੜੇ ਹੈ ਉਸਦੇ ਸਾਰਾ ਦਿਨ ਉਸਦੇ ਆਲੇ ਦੁਆਲੇ ਰਹਿੰਦੇ ਅਤੇ ਉਹ ਕੁਝ ਖਾ ਪੀ ਨਹੀਂ ਸਕਦਾ ਅਤੇ ਉਹ ਕੀ ਕਰਦਾ ਹੈਗਾ, ਇੰਨਾ ਵੀਕ ਹੋ ਜਾਂਦਾ ਕਿ ਹੀ ਫੇਂਟਸ, ਉਹ ਬੇਹੋਸ਼ ਹੋ ਜਾਂਦਾ ਹੈ, ਉਹਨੂੰ ਚੱਕਰ ਆ ਜਾਂਦਾ ਹੈ ਜਾਂ ਉਹਦੀ ਡੈਥ ਹੋ ਜਾਂਦੀ ਹੈ। ਸੋ ਇਹ ਕਲੀਅਰ ਨਹੀਂ ਹੈ, ਦਿਸ ਥਿੰਗ ਇਜ਼ ਨਾਟ ਕਲੀਅਰ ਦੈਟ ਹੀ ਇਫ ਹੀ ਹੈਜ਼ ਫੋਲਨ ਅਨਕੌਂਸ਼ੀਅਸ ਔਰ ਹੀ ਇਜ਼ ਡੈਡ, ਇਹ ਪਤਾ ਨਹੀਂ ਚੱਲਦਾ ਐਂਡ ਦੇ ਵਿੱਚ, ਇਹ ਚੀਜ਼ ਕਲੀਅਰ ਨਹੀਂ ਕੀਤੀ ਹੈਗੀ ਆਰ ਕੇ ਨਰਿੰਦੇ ਕਿ ਉਹ ਮਰ ਜਾਂਦਾ ਹੈ ਜਾਂ ਫਿਰ ਉਹ ਬੇਹੋਸ਼ ਹੋ ਕੇ ਗਿਰਿਆ ਹੁੰਦਾ ਹੈ। ਸੋ ਦਿਸ ਇਜ਼ ਦਾ ਫਸਟ ਟਾਈਮ ਦੈਟ ਹੀ ਇਜ਼ ਕੰਪਲੀਟਲੀ ਐਟ ਪੀਸ, ਦੇਖੋ ਐਂਡ ਦੇ ਵਿੱਚ ਜਿਹੜਾ ਹੈ ਉਹ ਬਹੁਤ ਸ਼ਾਂਤੀ ਮਹਿਸੂਸ ਕਰਦਾ ਹੈਗਾ ਫਸਟ ਟਾਈਮ, ਪਹਿਲੀ ਵਾਰ ਨਾਵਲ ਦੇ ਵਿੱਚ। ਸੋ we can say that Raju lives up to his reputation in the beginning of the novel and at the end. So ਦੇਖੋ ਸ਼ੁਰੂਆਤ ਤੋਂ ਹੀ ਬਹੁਤ ਫੇਮਸ ਹੁੰਦਾ, ਐਂਡ ਦੇ ਵਿੱਚ ਵੀ ਬਹੁਤ ਫੇਮਸ ਹੁੰਦਾ, ਉਹ ਐਸੇ ਰੋਲ ਪਲੇ ਕਰਦਾ ਹੈ ਕਿ ਉਸਦੀ ਰੈਪੂਟੇਸ਼ਨ ਜਿਹੜੀ ਹੈਗੀ ਹੈ ਵੱਧ ਜਾਂਦੀ ਹੈ। ਹੀ ਰਿਮੇਨਸ ਗਾਈਡ ਫਰੋਮ ਸਟਾਰਟਿੰਗ ਟੂ ਐਂਡ, ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਉਹ ਗਾਈਡ ਦਾ ਹੀ ਰੋਲ ਪਲੇ ਕਰਦਾ ਹੈ, ਗਾਈਡ ਹੀ ਰਹਿੰਦਾ ਹੈਗਾ, ਚਾਹੇ ਉਹ ਟੂਰਿਸਟ ਗਾਈਡ ਹੋਵੇ, ਚਾਹੇ ਉਹ ਲਵਰ ਬਣ ਕੇ ਇੱਕ ਗਾਈਡ ਰੋਜ਼ੀ ਦਾ ਬਣਿਆ ਹੋਵੇ, ਪ੍ਰਿਜ਼ਨਰ ਬਣ ਕੇ ਜਿਹੜਾ ਹੈਗਾ ਉਹ ਹੋਰ ਪ੍ਰਿਜ਼ਨਰਸ ਦਾ ਗਾਈਡ ਬਣਿਆ ਹੋਵੇ, ਜਾਂ ਫਿਰ ਮਹਾਤਮਾ ਸਵਾਮੀ ਬਣ ਕੇ ਸਪਿਰਚੁਅਲ ਗਾਈਡ ਬਣਿਆ ਹੋਵੇ, ਤਾਂ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਉਸਨੇ ਚਾਰੋਂ ਪੰਜੋਂ ਤਰ੍ਹਾਂ ਜਿਹੜਾ ਹੈਗਾ ਇੱਕ ਗਾਈਡ ਦਾ ਰੋਲ ਪਲੇ ਕੀਤਾ ਹੈ। ਸੋ ਦਾ ਟਾਈਟਲ ਆਫ ਦਾ ਨਾਵਲ ਇਜ਼ ਕੁਆਇਟ ਐਪਰੋਪ੍ਰੀਏਟ, ਸੋ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਸਿਰਲੇਖ ਜਿਹੜਾ ਹੈ, ਟਾਈਟਲ ਜਿਹੜਾ ਹੈ ਇਸ ਨਾਵਲ ਦਾ ਢੁਕਵਾਂ ਹੈਗਾ। ਹੋਪ ਤੁਹਾਨੂੰ ਵੀਡੀਓ ਸਮਝ ਆ ਗਿਆ ਹੋਵੇਗਾ। ਮਿਲਦੇ ਨਵੇਂ ਵੀਡੀਓ ਦੇ ਨਾਲ, ਧੰਨਵਾਦ।